इस वीडियो ਦੇ ਵਿੱਚ मैं ਤੁਹਾਨੂੰ क्लास 10th मैथ ਦਾ चैप्टर नंबर 5 जिस ਦਾ नाम है अर्थमैटिक प्रोग्रेशन अंक गणितिक लड़ियाँ ਦਾ बहुत ही इंपॉर्टेंट फॉर्मूला ਡਰਾਈਵ ਕਰਨਾ ਸਿਖਾਵਾਂਗੀ ਅਤੇ ਉਸ ਦੇ ਨਾਲ ਰਿਲੇਟਡ ਪ੍ਰੋਬਲਮਸ ਨੂੰ ਅਸੀਂ ਸੋਲਵ ਕਰਾਂਗੇ। ਸਭ ਤੋਂ ਪਹਿਲੇ ਅਸੀਂ ਕੰਸੀਡਰ ਕਰਦੇ ਹਾਂ ਦੋ APs। ਫॉर एग्जांपल ਸਾਡੇ ਕੋਲ ਦੋ APs ਨੇ, ਦੋਨਾਂ ਦੇ ਵਿੱਚ ਡਿਫਰੈਂਸ ਦੇਖੋ। पहली AP है 4, 6, 8 up to 50। सेकंड AP है 5, 10, 15 एंड सो ऑन। फर्स्ट जी है AP उन्होंने असी कहांगे फाइनाइट AP क्योंकि उहदी जिहड़ी लास्ट टर्म है वो सानू पता है, इहदे विच AN असी पढ़ते हैं लास्ट टर्म या L दैट इज़ इक्वल टू 50। ਜਦੋਂ ਸਾਨੂੰ ਕਿਸੇ AP ਦੇ ਵਿੱਚ ਕੋਈ ਲਾਸਟ ਟਰਮ ਪਤਾ ਹੋਵੇ ਤਾਂ ਉਸ ਟਰਮ 'ਤੇ ਅਸੀਂ AP ਨੂੰ ਫਾਈਨਾਈਟ AP ਕਵਾਂਗੇ। ਸੈਕਿੰਡ ਜਿਹੜੀ ਐਗਜ਼ਾਮਪਲ ਅਸੀਂ ਦੇਖੀ ਹੈ ਉਹਦੇ ਵਿੱਚ ਸਾਡੇ ਕੋਲ ਲਾਸਟ ਟਰਮ ਜਿਹੜੀ ਹੈ ਉਹਦੇ ਬਾਰੇ ਨੌਲੇਜ ਨਹੀਂ ਹੈਗੀ, ਦੈਟ ਇਜ਼ ਕਾਲਡ ਇਨਫਾਈਨਾਈਟ AP। ਹੁਣ ਅਸੀਂ AN ਦਾ ਫਾਰਮੂਲਾ ਇੱਥੋਂ ਡਰਾਈਵ ਕਰਾਂਗੇ। ਜੇਕਰ ਸਾਡੇ ਕੋਲ ਦੇਖੋ, ਜੇਕਰ ਸਾਡੇ ਕੋਲ ਇਨਫਾਈਨਾਈਟ AP ਹੈਗੀ ਹੈ ਜਿਹਦੀ ਲਾਸਟ ਟਰਮ ਸਾਨੂੰ ਨਹੀਂ ਪਤਾ ਤਾਂ ਅਸੀਂ AN ਦਾ ਫਾਰਮੂਲਾ ਡਰਾਈਵ ਕਰ ਸਕਦੇ ਹਾਂ ਜਾਂ ਬਣਾ ਸਕਦੇ ਹਾਂ। ਲਾਸਟ ਵਾਲੀ ਟਰਮ ਅਸੀਂ ਪਤਾ ਕਰ ਸਕਦੇ ਹਾਂ। nth ਟਰਮ ਦਾ ਮਤਲਬ ਜ਼ਰੂਰੀ ਨਹੀਂ ਹੈ ਕਿ ਲਾਸਟ ਟਰਮ ਹੋਵੇ, ਮੀਨਸ ਕੋਈ ਵੀ ਟਰਮ, ਜਿਸ ਤਰ੍ਹਾਂ n ਦੀ ਜਗ੍ਹਾ 'ਤੇ ਮੰਨ ਲਓ ਅਸੀਂ 20th ਟਰਮ ਪਤਾ ਕਰਨੀ ਹੈ, ਤੁਸੀਂ ਉਹ ਵੀ ਪਤਾ ਕਰ ਸਕਦੇ ਹੋ। ਜੇ ਤੁਸੀਂ 35 ਟਰਮ ਪਤਾ ਕਰਨੀ ਹੈ, 35th ਟਰਮ ਪਤਾ ਕਰਨੀ ਹੈ ਤਾਂ ਉਹ ਵੀ ਤੁਸੀਂ ਈਜ਼ੀਲੀ ਪਤਾ ਕਰ ਸਕਦੇ ਹੋ ਇੱਕ ਫਾਰਮੂਲੇ ਦੇ ਨਾਲ। ਹੁਣ ਅਸੀਂ ਦੇਖਦੇ ਹਾਂ ਇੱਕ ਐਗਜ਼ਾਮਪਲ ਜਿਹਦੇ ਨਾਲ ਤੁਹਾਨੂੰ ਹੋਰ ਕਲੀਅਰ ਹੋਵੇਗਾ। ਕੰਸੀਡਰ ਐਨ ਐਗਜ਼ਾਮਪਲ 8000, 8500, 9000, 9500 ਐਂਡ 10000 ਐਂਡ ਸੋ ਔਨ। ਹੁਣ ਇਹਦੇ ਵਿੱਚ ਜਿਹੜੀ ਫਰਸਟ ਟਰਮ ਹੈ ਦੈਟ ਇਜ਼ 800। ਲਾਸਟ ਟਰਮ ਸਾਨੂੰ ਨਹੀਂ ਪਤਾ ਲੇਕਿਨ ਸਾਨੂੰ ਡਿਫਰੈਂਸ ਪਤਾ ਹੈ। ਦੇਖੋ AP ਪਹਿਲੀ ਔਰ ਦੂਸਰੀ ਟਰਮ ਦਾ ਜਿਹੜਾ ਡਿਫਰੈਂਸ ਹੈਗਾ ਦੈਟ ਇਜ਼ 500। ਇਸੇ ਤਰ੍ਹਾਂ 9000 ਅਤੇ 8500 ਦੇ ਵਿੱਚ 500 ਦਾ ਡਿਫਰੈਂਸ ਹੈਗਾ। ਇਸੇ ਤਰ੍ਹਾਂ ਨੈਕਸਟ ਜਿਹੜਾ ਸਾਡੇ ਕੋਲ ਸਾਂਝਾ ਅੰਤਰ D ਆ ਰਿਹਾ ਉਹ 500 ਆ ਰਿਹਾ ਹੈ ਔਰ ਪਹਿਲੀ ਜਿਹੜੀ ਟਰਮ ਹੈ ਦੈਟ ਇਜ਼ 8000। ਹੁਣ ਦੇਖੋ ਸੈਕਿੰਡ ਟਰਮ ਜਿਹੜੀ ਇਹਦੀ ਕਿਵੇਂ ਬਣੀ ਹੈ। ਸੈਕਿੰਡ ਟਰਮ ਹੈਗੀ ਹੈ 8500 ਔਰ ਇਹ ਕਿਵੇਂ ਬਣੀ ਹੈ, ਪਹਿਲੀ ਟਰਮ ਦੇ ਵਿੱਚ ਅਸੀਂ ਕੀ ਐਡ ਕੀਤਾ, 500 ਐਡ ਕੀਤਾ। ਔਰ ਅਗਰ ਅਸੀਂ ਇਹਨੂੰ ਫਾਰਮੂਲੇ ਵਾਈਜ਼ ਲਿਖੀਏ ਤਾਂ ਇਹਨੂੰ ਅਸੀਂ ਲਿਖ ਸਕਦੇ ਹਾਂ A plus D। A plus D ਦੀ ਜਗ੍ਹਾ 'ਤੇ ਕੀ ਅਸੀਂ A plus 2 minus 1 ਲਿਖ ਸਕਦੇ ਹਾਂ ਕਿਉਂਕਿ D means 1D ਔਰ 1 ਨੂੰ ਅਸੀਂ ਲਿਖ ਸਕਦੇ ਹਾਂ 2 minus 1, ਤਾਂ ਵੀ ਸੇਮ ਚੀਜ਼ ਹੀ ਹੈ। D ਲਿਖ ਲਓ ਜਾਂ 1D ਲਿਖੋ ਜਾਂ 2 minus 1 ਬ੍ਰੈਕਟ ਦੇ ਅੰਦਰ ਤੇ D ਲਿਖੋ। ਇਹਦੇ ਨਾਲ ਅਸੀਂ ਫਾਰਮੂਲਾ ਬਣਾਉਣਾ ਹੈ, ਇਸ ਕਰਕੇ ਅਸੀਂ ਇਹਨੂੰ ਇਸ ਤਰੀਕੇ ਨਾਲ ਲਿਖ ਰਹੇ ਹਾਂ। ਇਸ ਕਰਕੇ A2 ਸਾਡੇ ਕੋਲ ਬਣ ਗਿਆ A plus 2 minus 1 into D। ਇਸੇ ਤਰ੍ਹਾਂ ਨੈਕਸਟ ਅਸੀਂ ਦੇਖਦੇ ਹਾਂ। ਨੈਕਸਟ ਟਰਮ ਜਿਹੜੀ ਸੀਗੀ ਸਾਡੇ ਕੋਲ A3 ਦੈਟ ਇਜ਼ 9000 ਔਰ ਇਹ ਕਿਵੇਂ ਬਣੀ, ਪਹਿਲੀ ਟਰਮ ਦੇ ਵਿੱਚ 500 ਐਡ ਕੀਤਾ, ਉਸ ਤੋਂ ਬਾਅਦ ਫਿਰ 500 ਐਡ ਕੀਤਾ, ਮਤਲਬ ਦੋ ਵਾਰੀ ਜਿਹੜਾ ਡਿਫਰੈਂਸ ਹੈਗਾ ਉਹਨੂੰ ਐਡ ਕੀਤਾ, ਦੈਟ ਇਜ਼ A plus 2D। ਹੁਣ ਅਸੀਂ 2D ਨੂੰ 3 minus 1 ਵੀ ਲਿਖ ਸਕਦੇ ਹਾਂ। 2D ਲਿਖ ਲਓ ਜਾਂ 3 minus 1 ਲਿਖ ਲਓ, ਗੱਲ ਤਾਂ ਬਿਲਕੁਲ ਠੀਕ ਹੈ ਕਿਉਂਕਿ 2D ਜਾਂ 3 minus 1D ਦੈਟ ਇਜ਼ ਸੇਮ। ਅਸੀਂ ਫਿਰ ਲਿਖ ਲਿਆ A3 ਇਜ਼ ਇਕੁਅਲ ਟੂ A plus 3 minus 1 into D। ਪਹਿਲੀ ਵਿੱਚ ਦੇਖੋ 2 minus 1 ਹੋਇਆ, ਇੱਥੇ 2 ਸੀਗਾ ਔਰ ਇੱਥੇ 2 minus 1 ਆ ਰਿਹਾ, ਇੱਧਰ 3 ਸੀਗਾ ਤੀਸਰੀ ਟਰਮ ਅਤੇ ਤੀਸਰੀ ਦੇ ਵਿੱਚੋਂ ਫਿਰ ਇੱਕ ਘਟਾਈ ਜਾ ਰਿਹਾ ਸੀ। ਫੋਰਥ ਦੇਖੋ, ਹੁਣ ਫੋਰਥ ਕਿਵੇਂ ਟਰਮ ਬਣੀ ਹੈ, 8000 ਦੇ ਵਿੱਚ 3 ਵਾਰੀ ਅਸੀਂ ਪਲੱਸ ਕੀਤਾ 500 500 ਅਤੇ 500, 3 ਵਾਰੀ D ਆ ਗਈਆਂ ਸਾਡੇ ਕੋਲ A plus 3D। ਇਸੇ ਤਰ੍ਹਾਂ ਹੀ 3D ਨੂੰ ਅਸੀਂ 4 minus 1 D ਵੀ ਲਿਖ ਸਕਦੇ ਹਾਂ ਔਰ A4 ਆ ਗਿਆ A plus 4 minus 1 D। ਇਹ ਦੇਖੋ A4 ਮਤਲਬ ਚੌਥੀ ਜਿਹੜੀ ਟਰਮ ਹੈਗੀ ਹੈ ਸਾਡੇ ਕੋਲ 4 minus 1 ਕਰਕੇ ਬਣ ਰਹੀ ਹੈ। ਇੱਥੋਂ ਅਸੀਂ ਜਨਰਲਾਈਜ਼ ਕਰ ਲਿਆ
कि जिहड़ी AP दी जनरल फॉर्म है दैट इज़ an इज़ इक्वल टू a प्लस n माइनस 1 इंटू d। इस फॉर्मूले ਦੇ ਨਾਲ ਅਸੀਂ ਨੈਕਸਟ ਪ੍ਰੋਬਲਮਸ ਨੂੰ ਸੋਲਵ ਕਰਦੇ ਹਾਂ। ਫਸਟ ਐਗਜ਼ਾਮਪਲ ਹੈ ਸਾਡੇ ਕੋਲ ਉਹੀ ਵਾਲੀ ਐਗਜ਼ਾਮਪਲ 8000 ਵਾਲੀ। ਇਹਦਾ ਅਸੀਂ 25th ਟਰਮਸ ਪਤਾ ਕਰਨੀ ਹੈ। 25th मतलब ਜਿੱਥੇ n ਦੀ ਵੈਲਿਊ ਹੈ ਉੱਥੇ ਅਸੀਂ 25 ਫਿਲ ਕਰ ਦਾਂਗੇ ਔਰ ਇਸ ਫਾਰਮੂਲੇ ਦੇ ਵਿੱਚ ਜਿੱਥੇ n ਹੈ ਉੱਥੇ ਤੁਸੀਂ 25 ਫਿਲ ਕਰ ਦਿਓ। 8000 a ਦੀ ਜਗ੍ਹਾ ਤੇ ਕਾਮਨ ਡਿਫਰੈਂਸ ਕਿੰਨਾ ਸੀਗਾ 500, n ਦੀ ਜਗ੍ਹਾ ਤੇ 25 ਮਾਈਨਸ 1 ਮੀਨਸ 24। ਇਹਨੂੰ ਅਸੀਂ ਸੋਲਵ ਕਰਕੇ ਕਿੰਨਾ ਲਿਖ ਲਿਆ 12000 ਔਰ 8000 ਦੇ ਵਿੱਚ 12000 ਐਡ ਕਰਕੇ ਇਹ ਆ ਗਿਆ ਸਾਡੇ ਕੋਲ 20000। ਇਟ ਮੀਨਸ ਕਿ ਜਿਹੜਾ 25th ਟਰਮ ਹੈਗੀ ਹੈ ਦੈਟ ਇਜ਼ 20000। AP ਦੀ ਜਨਰਲ ਜਿਹੜੀ ਟਰਮ ਹੈ ਉਹਨੂੰ ਅਸੀਂ an ਕਵਾਂਗੇ ਜਾਂ ਇਹਨੂੰ ਅਸੀਂ l ਦੇ ਨਾਲ ਵੀ ਡਿਨੋਟ ਕਰ ਸਕਦੇ an ਜਾਂ l ਔਰ ਇਹਦਾ ਫਾਰਮੂਲਾ ਹੋਵੇਗਾ an ਇਜ਼ ਇਕੁਅਲ ਟੂ a ਪਲਸ n ਮਾਈਨਸ 1 d। ਅਗਰ ਤੁਸੀਂ a3 ਕੱਢਣਾ ਹੈ ਤੁਸੀਂ ਲਿਖੋਗੇ a ਪਲਸ 2d। ਸਿੰਪਲ ਵੀ ਲਿਖ ਸਕਦੇ ਹੋ 3 ਮਾਈਨਸ 1 मतलब 2d। a4 ਅਗਰ ਲਿਖਣਾ ਹੈ a ਪਲਸ 3d। a50 ਅਗਰ ਲਿਖਣਾ ਹੋਵੇ ਉਹਨੂੰ ਅਸੀਂ ਲਿਖਾਂਗੇ a ਪਲਸ 49d। 49d। ਇਸ ਫਾਰਮੂਲੇ ਤੋਂ ਅਸੀਂ ਲਾਸਟ ਜਿਹੜੀ ਟਰਮ ਹੈ ਜਾਂ ਕੋਈ ਵੀ ਮਿਡਲ ਜਿਹੜੀ ਟਰਮ ਹੈ ਕਿਸੇ ਵੀ ਨੰਬਰ ਵਾਲੀ ਟਰਮ ਨੂੰ ਅਸੀਂ ਫਾਈਂਡ ਆਊਟ ਕਰ ਸਕਦੇ ਹਾਂ। ਥੈਂਕ ਯੂ ਸੋ ਮਚ ਬੱਚਿਓ। ਹੁਣ ਅਸੀਂ ਨੈਕਸਟ ਅਗਲੀ ਅਸਾਈਨਮੈਂਟ ਵਿੱਚ ਇਸ ਦਾ ਅਗਲਾ ਹਿੱਸਾ ਅਗਲਾ ਪਾਰਟ ਨੂੰ ਅਸੀਂ ਸਟੱਡੀ ਕਰਾਂਗੇ।